ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਕਾਫੀ ਪਈ ਹੈ। 36 ਤੋਂ ਲੈ ਕੇ 37 ਡਿਗਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਅੱਜ ਯਾਨੀ ਕਿ 19 ਤਰੀਕ ਤੋਂ ਲੈ ਕੇ 21-22 ਤਰੀਕ ਤੱਕ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਣੀਆਂ ਪੈਣ ਦੀ ਆਸ ਹੈ, ਜਿਹਦੇ ਕਰਕੇ ਜਿਹੜੀ ਇੱਕਦਮ ਤਪਸ਼ ਵਧੀ ਹੈ, ਸੂਰਜ ਦੀ ਟਿੱਕੀ ਜਿਹੜੀ ਕਿ ਫਿਰ ਤੰਗ ਕਰਨ ਲੱਗੀ ਹੈ, ਇਹ ਥੋੜ੍ਹਾ ਜਿਹਾ ਰਾਹਤ ਮਿਲੂਗੀ। ਕਿਉਂਕਿ ਜੇਕਰ ਮੀਂਹ ਪੈ ਜਾਂਦਾ ਤਾਂ ਭਾਵੇਂ ਕੁਝ ਘੰਟਿਆਂ ਲਈ ਸਹੀ, ਪਰ ਉਹਦੇ ਨਾਲ ਗਰਮੀ ਤੋਂ ਰਾਹਤ ਇੱਕ ਵਾਰ ਵਕਤੀ ਤੌਰ ਦੇ ਉੱਤੇ ਜ਼ਰੂਰ ਮਿਲਦੀ ਹੈ। ਬਾਕੀ ਵਕਤ ਦੱਸੂਗਾ ਇਹ ਭਵਿੱਖਬਾਣੀ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ। ਪਰ ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਜਿਹੜੀ ਕਿ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਖਬਰ ਹੈ, ਉਧਰ ਮੋੜ ਕੱਟਣ ਤੋਂ ਪਹਿਲਾਂ ਇੱਕ ਬੜੀ ਦੁਖਦਾਈ ਜਾਣਕਾਰੀ ਦੇਣੀ ਬਣਦੀ ਹੈ। ਅਸੀਂ ਤਾਲਿਬਾਨ ਦੀ ਗੱਲ ਕਰਦੇ ਹਾਂ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀਆਂ ਨੇ ਕਿਵੇਂ ਔਰਤਾਂ ਦੇ ਉੱਤੇ, ਕਿਵੇਂ ਆਮ ਨਾਗਰਿਕਾਂ ਦੇ ਉੱਤੇ ਹੁਣ ਤੱਕ ਅਤਿਆਚਾਰ ਕੀਤਾ। ਲੰਘੇ ਕੱਲ੍ਹ ਵੀ ਜਲਾਲਾਬਾਦ ਖੇਤਰ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਹੈ, ਉੱਥੇ ਝੰਡਾ ਮਾਰਚ ਕੱਢਿਆ ਜਾ ਰਿਹਾ ਸੀ ਸ਼ਾਂਤੀ ਦੇ ਪ੍ਰਤੀਕ ਮੰਨ ਕੇ, ਤੇ ਉੱਥੇ ਵੀ ਤਾਲਿਬਾਨ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ, ਜਿਹਦੇ ਕਰਕੇ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ। ਕਈ ਪੱਤਰਕਾਰ ਵੀ ਜ਼ਖਮੀ ਹੋਏ ਆ। ਯਾਨੀ ਕਿ ਤਾਲਿਬਾਨ ਉੱਥੇ ਅਤਿਆਚਾਰ ਸ਼ੁਰੂ ਕਰ ਚੁੱਕਿਆ। ਇਸ ਤੋਂ ਪਹਿਲਾਂ ਵੀ ਕੀਤਾ। ਇੱਕ ਪਾਸੇ ਤਾਲਿਬਾਨ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਸਾਰਾ ਕੁਝ ਠੀਕ ਆ, ਅਸੀਂ ਜੰਗ ਖਤਮ ਕਰਨ ਦਾ ਐਲਾਨ ਕਰਦੇ ਹਾਂ, ਪਰ ਫਿਰ ਉਹੀ ਹਰਕਤਾਂ ਕੀਤੀਆਂ ਜਾ ਰਹੀਆਂ। ਪਰ ਇਕੱਲਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀ ਨਹੀਂ, ਇੱਥੇ ਪਾਕਿਸਤਾਨ ਤੇ ਭਾਰਤ ਦੇ ਵਿੱਚ ਵੀ ਉਹੋ ਜਿਹੀ ਸੋਚ ਰੱਖਣ ਵਾਲੇ, ਉਹੋ ਜਿਹੇ ਕੱਟੜ ਲੋਕਾਂ ਦੀ ਘਾਟ ਨਹੀਂ। ਗੁਜਰਾਤ ਦੇ ਵਿੱਚ ਇੱਕ ਪਿੰਡ ਹੈ, ਉਸ ਪਿੰਡ ਦੇ ਵਿੱਚ ਦੋ ਫਿਰਕੇ, ਦੋ ਧੜੇ ਬਣੇ ਹੋਏ ਆ। ਇੱਕ ਧੜੇ ਦੇ ਲੋਕਾਂ ਨੂੰ ਦੂਜੇ ਧੜੇ ਦੇ ਲੋਕਾਂ ਦੇ ਨਾਲ ਗੱਲ ਕਰਨ ਦੀ ਆਗਿਆ ਨਹੀਂ। ਉੱਥੇ ਇੱਕ ਧੜੇ ਦੀ ਔਰਤ ਨੇ ਦੂਜੇ ਧੜੇ ਦੀ ਔਰਤ ਨਾਲ ਗੱਲਬਾਤ ਕਰ ਲਈ, ਤੇ ਉੱਥੇ ਫਿਰ ਜੋ ਕੁਝ ਲੋਕਾਂ ਦੇ ਵੱਲੋਂ ਉਸ ਔਰਤ ਨੂੰ ਘੜੀਸ ਘੜੀਸ ਕੇ, ਉਹਦੇ ਉੱਤੇ ਡਾਂਗਾ ਮਾਰ ਮਾਰ ਕੇ, ਉਹਦੇ ਢਿੱਡ ਦੇ ਵਿੱਚ ਲੱਤਾਂ ਮਾਰ ਮਾਰ ਕੇ, ਉਹਨੂੰ ਗਲ ਦੇ ਵਿੱਚ ਸਾਫਾ ਪਾ ਕੇ ਘੜੀਸ ਘੜੀਸ ਕੇ ਕੀਤਾ ਗਿਆ। ਉਹਦੇ ਬਾਬਤ ਹੁਣ ਪੁਲਿਸ ਨੂੰ ਜਦੋਂ ਜਾਣਕਾਰੀ ਮਿਲੀ ਹੈ, ਵੀਡੀਓ ਮਿਲੀ ਹੈ, ਤਾਂ ਪਰਚਾ ਦਰਜ ਕੀਤਾ ਗਿਆ। ਇਹ ਵੀ ਤਾਲਿਬਾਨੀ ਸੋਚ ਹੈ। ਤੇ ਪਾਕਿਸਤਾਨ ਦੇ ਵਿੱਚੋਂ 14 ਅਗਸਤ ਦੀ ਜਿਹੜੀ ਖਬਰ ਆਈ ਹੈ, ਹੁਣ ਸਾਹਮਣੇ ਆਈ ਹੈ, ਉਹਨੇ ਵੀ ਲੂ ਕੰਡਾ ਖੜਾ ਕਰ ਦਿੱਤਾ। ਆਇਸ਼ਾ ਨਾਂ ਦੀ ਇੱਕ ਕੁੜੀ ਹੈ, ਜਿਹੜੀ ਕਿ ਟਿਕਟੋਕਰ ਹੈ, ਜਿਹੜੀ ਕਿ ਟਿਕਟੋਕ ਦੇ ਉੱਤੇ ਵੀਡੀਓ ਬਣਾਉਣ ਦਾ ਉੱਥੇ ਕੰਮ ਕਰਦੀ ਹੈ। ਉਹ ਲਾਹੌਰ ਦੇ ਇੱਕ ਪਾਰਕ ਦੇ ਵਿੱਚ ਗਈ ਸੀ। ਉੱਥੇ ਆਜ਼ਾਦੀ ਦਾ ਦਿਨ ਮਨਾਇਆ ਜਾਣਾ ਸੀ। ਉੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਤਰ ਹੋਏ ਸੀ। ਇਹ ਕੁੜੀ ਨਵੀਂ ਡਰੈਸ ਪਾ ਕੇ ਆਪਣੇ 2-3 ਹੋਰ ਸਾਥੀ ਜਿਹੜੇ ਕਿ ਵੀਡੀਓ ਬਣਾਉਣ ਵਾਲੇ ਆ, ਉਹਨਾਂ ਦੇ ਸਮੇਤ ਉੱਥੇ ਗਈ, ਤੇ ਉੱਥੇ ਭੀੜ ਦੇ ਵੱਲੋਂ ਇਸ ਕੁੜੀ ਦੇ ਕੱਪੜੇ ਪਾੜ ਕੇ ਇਹਨੂੰ ਨੰਗਿਆਂ ਕਰ ਦਿੱਤਾ ਗਿਆ। ਉਹਦੇ ਤਨ ਦੇ ਉੱਤੇ ਕੱਪੜਾ ਕੋਈ ਨਹੀਂ ਛੱਡਿਆ। ਉੱਥੇ ਲੋਕਾਂ ਦੇ ਵੱਲੋਂ ਇਹਨੂੰ ਹਵਾ ਦੇ ਵਿੱਚ ਉਛਾਲਿਆ ਗਿਆ। ਇਹਦੇ ਅੰਗਾਂ ਦੇ ਉੱਤੇ ਚੂੰਡੀਆਂ ਵੱਢੀਆਂ ਗਈਆਂ। ਉਹਦੇ ਗੁਪਤ ਅੰਗਾਂ ਤੋਂ ਲੈ ਕੇ ਅੰਦਰੂਨੀ ਅੰਗਾਂ ਤੋਂ ਲੈ ਕੇ ਕਈ ਹਿੱਸਿਆਂ ਦੇ ਉੱਤੇ ਇਹੋ ਜਿਹੇ ਵਾਰ ਕੀਤੇ ਗਏ ਆ, ਜਿਹਦੇ ਕਰਕੇ ਵੀਡੀਓ ਜਦੋਂ ਵਾਇਰਲ ਹੋਈ, ਕੁਝ ਕੁ ਲੋਕਾਂ ਨੇ ਵੀਡੀਓ ਬਣਾਈ ਸੀ, ਉਹ ਵਾਇਰਲ ਹੋਈ ਤਾਂ 4 ਦਿਨ ਬਾਅਦ ਪੁਲਿਸ ਦੇ ਵੱਲੋਂ ਹੁਣ 400 ਅਗਿਆਤ ਲੋਕਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ। ਇਸ ਕੁੜੀ ਨੇ ਰੋ ਰੋ ਕੇ ਗੱਲ ਕਹੀ ਆ, ਆਇਸ਼ਾ ਨੇ, ਵੀ ਮੇਰਾ ਕਸੂਰ ਕੀ ਸੀ? ਨਾ ਮੈਂ ਕਦੇ ਕੋਈ ਗੰਦਾ ਕੰਟੈਂਟ ਪਾਇਆ, ਨਾ ਮੈਂ ਕਦੇ ਕੋਈ ਅਪਸ਼ਬਦ ਬੋਲੇ ਆ, ਨਾ ਮੈਂ ਕੋਈ ਮਾੜੇ ਕੱਪੜੇ ਪਹਿਨ ਕੇ ਗਈ ਹਾਂ, ਵੀ ਭਾਈ ਮੈਂ ਨੰਗ ਧੜੰਗੇ ਕੱਪੜੇ ਪਹਿਨ ਕੇ ਚਲੀ ਗਈ ਹਾਂ, ਪਰ ਫਿਰ ਵੀ ਮੇਰੇ ਉੱਤੇ ਜੋ ਕਹਿਰ ਕਮਾਇਆ ਗਿਆ, ਇਹਨੂੰ ਮੈਂ ਕਿਵੇਂ ਪੂਰੀ ਜ਼ਿੰਦਗੀ ਆਖਰੀ ਸਾਹ ਤੱਕ ਆਪਣੇ ਚੇਤੇ ਦੇ ਵਿੱਚੋਂ ਕੱਢੂੰਗੀ। ਇਸ ਕੁੜੀ ਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਇਨਸਾਫ ਚਾਹੀਦਾ। ਇਨਸਾਫ ਦੂਰ ਦੀ ਕੌਡੀ ਹੈ, ਆਪਾਂ ਜਾਣਦੇ ਵੀ ਕਿੱਥੇ ਇਨਸਾਫ ਮਿਲਦਾ, ਪਰ ਮਿਲਣਾ ਜ਼ਰੂਰ ਚਾਹੀਦਾ ਇਸ ਮਾਮਲੇ ਦੇ ਵਿੱਚ। ਤੇ ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ। ਬੀਜੇਪੀ ਦੇ ਵੱਲੋਂ ਇਸ ਵਕਤ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਹਾਲਾਂਕਿ ਪ੍ਰਧਾਨ ਮੰਤਰੀ ਸਾਹਿਬ ਤੇ ਖੇਤੀਬਾੜੀ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਕਿ ਅਸੀਂ ਪਾਮ ਆਇਲ ਯੋਜਨਾ ਸ਼ੁਰੂ ਕਰ ਦਿੱਤੀ ਹੈ। 11,000 ਕਰੋੜ ਰੁਪਏ ਤੋਂ ਵੱਧ ਦਾ ਪ੍ਰੋਜੈਕਟ ਹੈ। ਇਹਦੇ ਨਾਲ ਖਾਣ ਵਾਲੇ ਤੇਲ ਸਸਤੇ ਹੋ ਜਾਣਗੇ। ਪਾਮ ਆਇਲ ਦੇ ਲਈ ਅਸੀਂ ਆਪਣੇ ਦੇਸ਼ ਦੇ ਉੱਤੇ ਨਿਰਭਰ ਹੋਵਾਂਗੇ, ਕਿਸੇ ਹੋਰ ਦੇ ਉੱਤੇ ਨਿਰਭਰ ਹੋਣ ਦੀ ਕੋਈ ਲੋੜ ਨਹੀਂ। ਇਹ ਆਤਮ ਨਿਰਭਰਤਾ ਦੇ ਵੱਲ ਵਧਾਇਆ ਗਿਆ ਇੱਕ ਕਦਮ ਹੈ। ਉਹ ਇਹ ਤਾਂ ਗੱਲ ਕਹਿੰਦੇ ਜੀ ਕਿ ਅਸੀਂ ਪਾਮ ਆਇਲ ਦੇ ਖੇਤਰ 'ਚ ਆਹ ਕਰ ਰਹੇ ਹਾਂ, ਯੋਜਨਾਵਾਂ ਆਹ ਬਣਾ ਰਹੇ ਹਾਂ, ਅਸੀਂ ਉੱਧਰ ਆਹ ਕਰ ਰਹੇ ਹਾਂ। ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਜੋ ਭਾਰਤੀ ਫਸੇ, ਖਾਸ ਕਰਕੇ ਅਫਗਾਨਿਸਤਾਨ ਦੇ ਵਿੱਚ, ਉਹਦੇ ਮੁਤਲਕ ਵੀ ਮੀਟਿੰਗ ਕਰ ਲੈਂਦੇ ਆ। ਉਹ ਹੋਰ ਵਿਸ਼ਿਆਂ ਦੇ ਉੱਤੇ ਵੀ ਮੀਟਿੰਗਾਂ ਕਰਦੇ ਆ, ਪਰ ਕਿਸਾਨੀ ਮਸਲੇ ਦੇ ਉੱਤੇ ਮੀਟਿੰਗ ਕਰਕੇ ਰਾਜ਼ੀ ਨਹੀਂ। ਉਸ ਥਾਂ ਦੇ ਉੱਤੇ ਆ ਕੇ ਉਹ ਫਿਰ ਅੜ ਜਾਂਦੇ ਆ ਕਿ ਇਹ ਕਿਸਾਨ ਨਹੀਂ, ਇਹ ਤਾਂ ਕਿਸਾਨੀ ਦੇ ਭੇਸ ਦੇ ਵਿੱਚ ਰਾਜਨੀਤਿਕ ਲੋਕਾਂ ਦੇ ਬਿਠਾਏ ਹੋਏ ਕਰਿੰਦੇ ਆ। ਉਹਨਾਂ ਦੀ ਨਜ਼ਰ ਦੇ ਵਿੱਚ ਇਹ ਕਿਸਾਨ ਨਹੀਂ, ਇਹ ਕਰਿੰਦੇ ਆ। ਉਹ ਇਹ ਗੱਲ ਕਹਿੰਦੇ ਆ ਕਿ ਜੇਕਰ ਤੁਸੀਂ ਸ਼ਰਤ ਤਿਆਗ ਕੇ ਬਿਨਾਂ ਸ਼ਰਤ ਦੇ ਗੱਲਬਾਤ ਕਰਨੀ ਹੋਵੇ ਤਾਂ ਅਸੀਂ ਰਜ਼ਾਮੰਦ ਹਾਂ, ਨਹੀਂ ਤਾਂ ਗੱਲਬਾਤ ਔਖੀ ਆ। ਸੋ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਕਿਸਾਨੀ ਮੁੱਦੇ ਦੇ ਉੱਤੇ ਚਰਚਾ ਜਦੋਂ ਵੀ ਕਰਦੇ ਆ, ਉਹ ਇੱਕੋ ਗੱਲ ਕਹਿੰਦੇ ਆ ਕਿ ਹਮਨੇ ਤੋਂ ਕਿਸਾਨ ਕੀ ਜ਼ਿੰਦਗੀ ਕੋ ਬੜਾ ਖੁਸ਼ਹਾਲ ਕਰ ਦਿਆ। ਤੇ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਆ, ਕੀ ਇਹ ਖੁਸ਼ਹਾਲੀ ਦੇ ਕਰਕੇ ਇੱਥੇ ਬੈਠੇ ਆ?
ਕਿ ਇਹਨਾਂ ਦੇ ਨੋਟ ਨਹੀਂ ਸੀ ਮੁੱਕਦੇ, ਇਸ ਕਰਕੇ ਬਾਰਡਰਾਂ ਦੇ ਉੱਤੇ ਖਰਚ ਕਰਨ ਦੇ ਲਈ ਆਏ ਆ। ਮੈਨੂੰ ਹੈਰਾਨੀ ਹੋਈ ਉਸ ਦਿਨ ਜਦੋਂ 15 ਅਗਸਤ ਦੇ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਛੋਟੀ ਕਿਸਾਨੀ के लिए हमारी सरकार ने बहुत योजनाएं उलीकी हैं। ਜੇਕਰ ਛੋਟੀ ਕਿਸਾਨੀ ਦੇ ਲਈ ਤੁਸੀਂ ਬਹੁਤ ਕੁਝ ਕਰਦੇ ਆ ਤੇ ਇਹ ਬਾਰਡਰਾਂ ਦੇ ਉੱਤੇ ਬੈਠੇ ਹੋਏ ਕਿਸਾਨ ਕਦੋਂ ਵੱਡੇ ਹੋ ਗਏ ਇਹ ਦੱਸੋ। ਜਜ਼ਬੇ ਵੱਡੇ ਆ, ਇਰਾਦੇ ਵੱਡੇ ਆ, ਸਿਰੜ ਵੱਡਾ, ਪਰ ਉਹਦਾ ਆਰਥਿਕਤਾ ਦੇ ਤੌਰ 'ਤੇ ਤਾਂ ਝੰਬੇ ਪਏ ਆ। ਕਿ 5 ਏਕੜ ਜ਼ਮੀਨ ਵਾਲੇ ਨੂੰ ਆਪਾਂ ਵੱਡੀ ਕਿਸਾਨੀ ਮੰਨਦੇ ਆ? ਕਿ 3 ਏਕੜ ਜ਼ਮੀਨ ਜਾਂ 6 ਕਨਾਲ ਜ਼ਮੀਨ ਵਾਲੇ ਬੰਦੇ ਨੂੰ ਅਸੀਂ ਵੱਡੀ ਕਿਸਾਨੀ ਮੰਨਦੇ ਆ? ਵੱਡੀ ਤੇ ਛੋਟੀ ਕਿਸਾਨੀ ਦੀ ਪਰਿਭਾਸ਼ਾ ਤੁਹਾਡੀ ਨਜ਼ਰ ਦੇ ਵਿੱਚ ਕੀ ਆ, ਪਹਿਲਾਂ ਤਾਂ ਇਹ ਗੱਲ ਦੱਸਣੀ ਚਾਹੀਦੀ ਆ। ਲੰਘੇ ਕੱਲ ਨਰਿੰਦਰ ਸਿੰਘ ਤੋਮਰ ਹੋਰਾਂ ਦੇ ਵੱਲੋਂ ਫਿਰ ਇਹ ਗੱਲ ਕਹੀ ਗਈ ਹੈ ਕਿ ਕਿਸਾਨੀ ਦੇ ਲਈ ਅਸੀਂ ਬਹੁਤ ਕੁਝ ਕਰ ਰਹੇ ਹਾਂ, ਪਰ ਅਸੀਂ ਅੱਗੇ ਵੀ ਕਰਾਂਗੇ। ਇਹ ਗੱਲ ਭੁੱਲ ਜਾਣੀ ਚਾਹੀਦੀ ਹੈ ਕਿ ਅਸੀਂ ਜੀ ਸ਼ਰਤ ਤਹਿਤ ਗੱਲਬਾਤ ਕਰਾਂਗੇ। ਉਹਨਾਂ ਦੇ ਵੱਲੋਂ ਇਹ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਕਿ ਸ਼ਰਤਾਂ ਤਹਿਤ ਗੱਲਬਾਤ ਨਹੀਂ ਹੋਣੀ, ਸ਼ਰਤਾਂ ਤਹਿਤ ਗੱਲਬਾਤ ਨਹੀਂ ਹੋਣੀ। ਹਾਲਾਂਕਿ ਬੀਜੇਪੀ ਦੇ ਵਿੱਚ ਅੰਦਰ ਖਾਤੇ ਕਲੇਸ਼ ਪਿਆ ਹੋਇਆ। ਬੀਜੇਪੀ ਦੀ ਪੰਜਾਬ ਦੀ ਇਕਾਈ ਵਾਰ-ਵਾਰ ਹਾਈ ਕਮਾਨ ਤੱਕ ਸੁਨੇਹੇ ਪਹੁੰਚਾ ਰਹੀ ਹੈ ਵੀ ਜੇਕਰ ਆਪਾਂ ਇੱਜ਼ਤ ਪੰਜਾਬ ਦੇ ਵਿੱਚ ਬਚਾਉਣੀ ਹੈ ਤਾਂ ਕਿਰਪਾ ਕਰਕੇ ਕਿਸਾਨੀ ਮਸਲਾ ਹੱਲ ਕੀਤਾ ਜਾਵੇ। ਪਰ ਪੰਜਾਬ ਨੂੰ ਉਹ ਸਮਝਦੇ ਨਹੀਂ ਆਪਣਾ। ਪੰਜਾਬ ਨੂੰ ਸ਼ਾਇਦ ਉਹ ਭਾਰਤ ਦੇ ਨਕਸ਼ੇ ਦਾ ਹਿੱਸਾ ਨਹੀਂ ਮੰਨਦੇਗੇ। ਜੇਕਰ ਉਹਨਾਂ ਨੂੰ ਫਿਕਰ ਹੋਵੇ ਕਿ ਪੰਜਾਬ ਸਾਡੇ ਹੱਥ ਦੇ ਵਿੱਚੋਂ ਨਿਕਲ ਜਾਣਾ ਤਾਂ ਫਿਰ ਤਾਂ ਉਹ ਕੋਈ ਨਾ ਕੋਈ ਉਪਰਾਲਾ ਕਰਨ। ਪਰ ਉਹ ਜਾਣਦੇ ਆ ਵੀ 13 ਸੀਟਾਂ ਦਾ ਕੀ ਵਜੂਦ ਆ ਜਦੋਂ 80 ਸੀਟਾਂ ਦੇ ਪਿੱਛੇ ਅਸੀਂ ਲੜਾਈ ਲੜਦੀ ਆ। ਯੂਪੀ ਦੀਆਂ 80 ਸੀਟਾਂ ਦੇ ਲਈ ਤਾਂ ਬੀਜੇਪੀ ਕੁਝ ਵੀ ਕਰੇ, ਪਰ 13 ਸੀਟਾਂ ਦੇ ਵਿੱਚੋਂ ਕਦੇ ਇਹਨਾਂ ਨੂੰ 10 ਸੀਟਾਂ ਮਿਲੀਆਂ, ਕਦੇ ਇਹਨਾਂ ਨੂੰ 12 ਸੀਟਾਂ ਮਿਲ ਗਈਆਂ। ਉਹ ਜਾਣਦੇ ਵੀ ਜੇਕਰ ਮਿਲ ਗਈਆਂ ਭਵਿੱਖ ਦੇ ਵਿੱਚ 2 3 4 ਹੋਣਗੀਆਂ ਉਹਦੇ ਨਾਲ ਫਰਕ ਕੀ ਪੈਂਦਾ। ਉਹ ਜਾਣਦੇ ਆ ਅਸਲ ਦੇ ਵਿੱਚ ਕਿ 117 ਸੀਟਾਂ ਦੇ ਵਿੱਚ ਸਾਨੂੰ ਕਿੰਨੀਆਂ ਕੁ ਮਿਲਦੀਆਂ ਵਿਧਾਨ ਸਭਾ ਦੇ ਲਈ। ਇਸ ਕਰਕੇ ਕਿਸਾਨੀ ਮੁੱਦੇ ਦਰਕਿਨਾਰ ਕੀਤੇ ਹੋਏ ਆ। ਪਰ ਇਹ ਵੀ ਪ੍ਰਤੀਤ ਹੁੰਦਾ ਕਿ ਬੀਜੇਪੀ ਦੇ ਵੱਲੋਂ ਸਿੱਖਾਂ ਦੇ ਉੱਤੇ ਡੋਰੇ ਪਾਉਣ ਦੇ ਲਈ ਹੁਣ ਹਰ ਰੋਜ਼ ਤਰਕੀਬਾਂ ਘੜੀਆਂ ਜਾ ਰਹੀਆਂ। ਲੰਘੇ ਕੱਲ ਬੀਜੇਪੀ ਦੇ ਸਿੱਖ ਭਾਈਚਾਰੇ ਦਾ ਸੈੱਲ ਦੇ ਵੱਲੋਂ, ਕਿਉਂਕਿ ਇਹਨਾਂ ਦੇ ਵੱਲੋਂ ਕਿਸਾਨ ਸੈੱਲ, ਸਿੱਖਾਂ ਦਾ ਸੈੱਲ, ਇੱਕ ਇਹਦਾ ਸੈੱਲ ਬਣਾਇਆ ਗਿਆ। ਉਹ ਸਿੱਖ ਭਾਈਚਾਰੇ ਦਾ ਸੈੱਲ ਆ ਜਿਹੜਾ ਉਹਨੇ ਪਾਕਿਸਤਾਨ ਦੀ ਅੰਬੈਸੀ ਜਿਹੜੀ ਦਿੱਲੀ ਦੇ ਵਿੱਚ ਆ ਉਹਦੇ ਮੂਹਰੇ ਜਾ ਕੇ ਪ੍ਰਦਰਸ਼ਨ ਕੀਤਾ ਵੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾਹੌਰ ਦੇ ਵਿੱਚ ਕਿਹੜੀ ਗੱਲੋਂ ਤੋੜਿਆ ਗਿਆ। ਇਹ ਤਾਂ ਜੀ ਬਹੁਤ ਵੱਡਾ ਗੁਨਾਹ ਕੀਤਾ। ਇਹ ਤਾਂ ਜੀ ਸਿੱਖਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ। ਮੈਂ ਵੈਸੇ ਕੱਲ੍ਹ ਦਾ ਹੀ ਇਹ ਸੋਚੀ ਜਾਂਦਾ ਵੀ ਬੀਜੇਪੀ ਨੂੰ ਇੰਨਾ ਫਿਕਰ ਕਦੋਂ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਦਾ। ਇਹਦੇ ਪਿੱਛੇ ਵੀ ਕਾਰਨ ਕਿਤੇ ਇਹ ਤਾਂ ਨਹੀਂ ਵੀ ਪੰਜਾਬ ਤੱਕ, ਬਾਕੀ ਹਿੱਸਿਆਂ ਤੱਕ, ਸਿੱਖ ਭਾਈਚਾਰੇ ਤੱਕ ਸੁਲੱਖਣੀ ਖਬਰ ਪਹੁੰਚੇ ਵੀ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਲਈ ਅਸੀਂ ਆਹ ਲੜਾਈ ਲੜ ਰਹੇ ਹਾਂ, ਅਸੀਂ ਬੁੱਤ ਦੀ ਖਾਤਰ ਆਹ ਕੁਝ ਕਰ ਰਹੇ ਹਾਂ, ਸਿੱਖਾਂ ਦੇ ਨਾਲ ਸੰਬੰਧਿਤ ਸਾਡਾ ਕਿੰਨਾ ਪਿਆਰ ਹੈਗਾ। ਲੱਗਦਾ ਵੀ ਇਸ ਗੱਲ ਦੇ ਵਿੱਚ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪਾਕਿਸਤਾਨ ਦੇ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨੂੰ ਤੋੜੇ ਜਾਣ ਦੇ ਵਿਰੋਧ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਿੱਖ ਸੈੱਲ ਨੇ ਪਾਕਿਸਤਾਨੀ ਅੰਬੈਸੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਸਿੱਖ ਸੈੱਲ, ਭਾਜਪਾ ਯੁਵਾ ਮੋਰਚਾ ਤੇ ਭਾਜਪਾ ਪੂਰਵਾਂਚਲ ਮੋਰਚੇ ਦੇ ਅਧਿਕਾਰੀ ਮੌਜੂਦ ਰਹੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬੁੱਤ ਤੋੜ ਕੇ ਬਹੁਤ ਨਿੰਦਣਯੋਗ ਕੰਮ ਕੀਤਾ ਗਿਆ। ਇਸ ਦੀ ਨਿੰਦਿਆ ਦੇਸ਼ ਤੇ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਪੰਜਾਬੀ ਨੌਜਵਾਨ ਆਪਣੇ ਪੁਰਖਿਆਂ ਦੀ ਅਜਿਹੀ ਬੇਇੱਜ਼ਤੀ ਨਹੀਂ ਬਰਦਾਸ਼ਤ ਕਰਨਗੇ। ਭਾਰਤੀ ਜਨਤਾ ਪਾਰਟੀ ਨੇ ਇੱਕ ਮੀਮੋ ਦੇ ਕੇ ਮੰਗ ਕੀਤੀ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਇਹਦੇ ਲਈ ਮਾਫੀ ਮੰਗਣ, ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮੁੜ ਉਸੇ ਥਾਂ ਦੇ ਉੱਤੇ ਸਥਾਪਿਤ ਕੀਤਾ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬੀਜੇਪੀ ਦੇ ਵੱਲੋਂ ਪੰਜਾਬ, ਯੂਪੀ, ਉੱਤਰਾਖੰਡ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪੈਰ ਪੱਕੇ ਕਰਨ ਦੇ ਲਈ, ਆਪਣੀਆਂ ਸਰਕਾਰਾਂ ਬਣਾਉਣ ਦੇ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪਰ ਇਹਨਾਂ ਕੋਸ਼ਿਸ਼ਾਂ ਦੇ ਵਿੱਚੋਂ ਹਾਲੇ ਤੱਕ ਕਿਸਾਨੀ ਮਨਫੀ ਕੀਤੀ ਗਈ ਹੈ। ਇਹ ਕਿੰਨੀ ਕੁ ਦੇਰ ਮਨਫੀ ਕਰਕੇ ਕੰਮ ਚਲਾਉਣਗੇ ਇਹਦੇ ਬਾਬਤ ਤਾਂ ਕੁਝ ਕਹਿ ਨਹੀਂ ਸਕਦੇ, ਪਰ ਜ਼ਰੂਰਤ ਇਸ ਵਕਤ ਕਿਸਾਨੀ ਦੀਆਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਇਹਨਾਂ ਨੂੰ ਕਦੋਂ ਇਸ ਗੱਲ ਦਾ ਅਹਿਸਾਸ ਹੋਊਗਾ ਕਿ ਭਾਈ ਕਿਸਾਨ ਸਾਡੇ ਲਈ ਬਹੁਤ ਮਹੱਤਵਪੂਰਨ ਆ। ਇਹ ਬਾਰਡਰਾਂ ਦੇ ਉੱਤੇ ਬੈਠੇ ਕਿਸਾਨ ਵੀ ਤਖਤਾ ਪਲਟ ਸਕਦੇ ਆ। ਤੇ ਰਾਜੇਵਾਲ ਹੋਰੀ ਤੇ ਜੋਗਿੰਦਰ ਸਿੰਘ ਉਗਰਾਹਾਂ ਹੋਰੀ ਤੇ ਰਾਕੇਸ਼ ਟਕੈਤ ਹੋਰੀ ਵਾਰ-ਵਾਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਇਹਨਾਂ ਨੂੰ ਪੰਜੀ ਦਾ ਪੌਣ ਉਵੇਂ ਦਿਖਾਵਾਂਗੇ ਜਿਵੇਂ ਪੱਛਮੀ ਬੰਗਾਲ ਦੇ ਵਿੱਚ ਵਿਖਾਇਆ। ਬੀਜੇਪੀ ਦੇ ਨੇਤਾ ਅੱਧੇ ਕਿ ਇਸ ਗੱਲੋਂ ਕਲਪੇ ਹੋਏ ਆ ਵੀ ਭਾਈ ਸਾਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਕਿਸਾਨ। ਉਹ ਵਾਰ-ਵਾਰ ਹਾਈ ਕਮਾਨ ਤੱਕ ਸੁਨੇਹਾ ਪਹੁੰਚਾਉਂਦੇ, ਪਰ ਉਹਨਾਂ ਦੇ ਵੱਲੋਂ ਫੇਰ ਕਾਟਾ ਫੇਰ ਦਿੱਤਾ ਜਾਂਦਾ, ਦਰਕਿਨਾਰ ਕਰ ਦਿੱਤਾ ਜਾਂਦਾ। ਹਾਈ ਕਮਾਨ ਦੇ ਵੱਲੋਂ ਵੱਖ-ਵੱਖ ਸੂਬਿਆਂ ਦੀਆਂ ਇਕਾਈਆਂ ਜਿਹੜੀਆਂ ਬੀਜੇਪੀ ਦੀਆਂ, ਉਹਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਕਿ ਇਸ ਮਸਲੇ ਦੇ ਲਈ ਮਿਲ ਬੈਠ ਕੇ ਹੱਲ ਕੱਢਿਆ ਜਾਵੇ। ਅਸਲ ਦੇ ਵਿੱਚ ਧੌਣ ਦੇ ਵਿੱਚ ਫਸੇ ਹੋਏ ਕੀਲੇ ਦੀ ਗੱਲ ਹੈ। ਬੀਜੇਪੀ ਇਹ ਚਾਹੁੰਦੀ ਹੈ ਜੀ ਕਿ ਅਸੀਂ 56 ਇੰਚ ਦੇ ਸੀਨੇ ਦਾ ਪ੍ਰਭਾਵ ਇਵੇਂ ਬਰਕਰਾਰ ਰੱਖੀਏ। ਜੇਕਰ ਅਸੀਂ 9 ਮਹੀਨਿਆਂ ਬਾਅਦ ਝੁਕ ਗਏ ਤਾਂ ਸਾਡੀ ਤਾਂ ਦੇਸ਼ ਦੁਨੀਆ ਦੇ ਵਿੱਚ ਕਿਰਕਰੀ ਬੜੀ ਹੋ ਜਾਣੀ ਆ। ਇਸ ਕਿਰਕਰੀ ਤੋਂ ਬਚਣ ਦੇ ਲਈ ਉਹਨਾਂ ਦੇ ਵੱਲੋਂ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ। ਸੋ ਇਸ ਕਰਕੇ ਰਾਜ ਹੱਠ, ਜਿਵੇਂ ਸਿਆਣੇ ਕਹਿੰਦੇ ਹੁੰਦੇ ਆ, ਰਾਜ ਹੱਠ ਜਾਂ ਬਾਲ ਹੱਠ, ਇਹ ਦੋਵੇਂ ਹੱਠ ਬੜੇ ਮਾੜੇ ਹੁੰਦੇ ਆ। ਤੇ ਬਾਲ ਹੱਠ ਦਾ ਮਤਲਬ ਜਿੱਦ ਉਹ ਬੜੀ ਖਤਰਨਾਕ ਕਰਦਾ, ਤੇ ਰਾਜਾ ਜਦੋਂ ਉਹ ਭੁੱਲ ਜਾਂਦਾ ਆਪਦੇ ਹੱਠ ਦੇ ਵਿੱਚ ਕਿ ਪ੍ਰਜਾ ਮੇਰੇ ਕੋਲੋਂ ਕੀ ਚਾਹੁੰਦੀ ਹੈ, ਉਦੋਂ ਨਤੀਜੇ ਚੰਗੇ ਤੋਂ ਉਲਟ ਨਿਕਲਦੇ ਆ। ਸੋ ਬੀਜੇਪੀ ਨੂੰ ਆਉਂਦੇ ਸਮੇਂ ਦੇ ਵਿੱਚ ਕਈ
ਕਿਸਾਨ ਆਗੂ ਇਹ ਗੱਲ ਦੱਸਦੇ ਆ ਕਿ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ। ਬੀਜੇਪੀ ਕਿਸਾਨੀ ਮਸਲੇ ਦੇ ਉੱਤੇ ਵਿਚਾਰ ਕਰੂਗੀ, ਇਹਦੇ ਤੋਂ ਬਿਨਾਂ ਉਹਦੇ ਕੋਲੇ ਚਾਰਾ ਕੋਈ ਨਹੀਂ। ਪਰ ਇਹਦੇ ਲਈ ਹਾਲੇ 4 ਮਹੀਨੇ ਹੋਰ 6 ਮਹੀਨੇ ਹੋਰ ਦਾ ਸਮਾਂ ਲੱਗ ਸਕਦਾ ਹੈ। ਪਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਕਿ ਅਸੀਂ ਵਾਪਸ ਮੁੜਨ ਵਾਲੇ ਨਹੀਂ। ਮਜ਼ਦੂਰ ਤੇ ਕਿਸਾਨ ਉੱਥੇ ਡਟੇ ਬੈਠੇ ਆ, ਔਖੇ ਵੇਲੇ ਦੇ ਵਿੱਚ ਵੀ ਡਟੇ ਬੈਠੇ ਆ। ਤੇ ਇੱਕ ਹੋਰ ਗੱਲ ਦੱਸਣੀ ਬਣਦੀ ਹੈ, ਲੰਘੇ ਕੱਲ੍ਹ ਸ਼੍ਰੀਵਾਲਾ ਪਿੰਡ ਦੇ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਦੇ ਕਰਕੇ ਸਿੰਘੂ ਬਾਰਡਰ ਦੇ ਉੱਤੇ ਮੌਤ ਹੋਈ ਹੈ। ਉਹਦੇ ਲਈ ਹੁਣ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਵਾਸਤੇ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ 10 ਲੱਖ ਰੁਪਈਆ ਇਹਨਾਂ ਦੇ ਪਰਿਵਾਰ ਨੂੰ ਸਰਕਾਰ ਦੇਵੇ ਮੁਆਵਜ਼ਾ, ਤੇ ਇਹਨਾਂ ਦੇ ਟੱਬਰ ਦੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ। ਤੇ ਜਿਹੜਾ ਵੀ ਸਰਕਾਰੀ ਗੈਰ ਸਰਕਾਰੀ ਬੈਂਕਾਂ ਦਾ ਕਰਜ਼ਾ ਤੇ ਉਹ ਕਰਜ਼ਾ ਸਰਕਾਰ ਆਪਣੇ ਮੋਢਿਆਂ ਦੇ ਉੱਤੇ ਲਵੇ, ਕਰਜ਼ਾ ਮਾਫ ਕੀਤਾ ਜਾਵੇ। ਬਾਕੀ ਵਕਤ ਦੱਸੂ ਵੀ ਸਰਕਾਰ ਕਿਹੜੀਆਂ ਮੰਗਾਂ ਪ੍ਰਵਾਨ ਕਰਦੀ ਹੈ, ਪਰ ਕਿਸਾਨ ਜਿੱਤ ਕੇ ਮੁੜਨ ਇਹਦੀ ਅਸੀਂ ਕਾਮਨਾ ਕਰਦੇ ਹਾਂ। ਸਾਡੇ ਦੇਸ਼ ਦੀ ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਕਿ ਅਸੀਂ ਕਿਸੇ ਨੇਤਾ ਨੂੰ ਚੁਣਨ ਵੇਲੇ ਨਹੀਂ ਸੋਚਿਆ ਤੇ ਚੁਣੇ ਜਾਣ ਤੋਂ ਬਾਅਦ ਨੇਤਾਵਾਂ ਨੇ ਸਾਡੇ ਦੇਸ਼ ਦੇ ਲੋਕਾਂ ਦੇ ਬਾਰੇ, ਵੋਟਰਾਂ ਦੇ ਬਾਰੇ ਨਹੀਂ ਸੋਚਿਆ। ਅਸੀਂ ਅਨਪੜ੍ਹ ਬੰਦੇ ਨੂੰ ਵੀ ਜਿਤਾ ਦਿੰਦੇ ਹਾਂ, ਇਹ ਸਾਡੀ ਬਦਕਿਸਮਤੀ ਹੈ। ਕਿਉਂਕਿ ਅਸੀਂ ਆਪ ਪੜ੍ਹੇ ਲਿਖੇ ਹੋ ਕੇ ਵੀ ਅਨਪੜ੍ਹ ਸਾਬਤ ਹੁੰਦੇ ਆ। ਇਹ ਵੀ ਗੱਲ ਸੱਚੀ ਹੈ। ਇਹ ਗੱਲਾਂ ਸੱਚੀਆਂ ਸੁਣਨੀਆਂ ਕਿਸੇ ਨੂੰ ਚੰਗੀਆਂ ਨਹੀਂ ਲੱਗਦੀਆਂ। ਕੋਈ ਕਹਿ ਦਿੰਦਾ ਵਿਕਾਊ ਹੋ ਗਏ, ਕੋਈ ਕਹਿੰਦਾ ਖਰੀਦੇ ਗਏ, ਫਲਾਂ ਹੋ ਗਿਆ, ਢੀਂਗ ਹੋ ਗਿਆ। ਘਰ ਬੈਠ ਕੇ ਸਰਟੀਫਿਕੇਟ ਦੇਣ ਦੇ ਵਿੱਚ ਸਾਨੂੰ ਇਹੋ ਜਿਹੀ ਮੁਹਾਰਤ ਹੋ ਚੁੱਕੀ ਹੈ ਵੀ ਅਸੀਂ ਸਮਾਜਿਕ ਗਿਆਨ ਤੋਂ ਕੋਰੇ ਹੋ ਗਏ ਹਾਂ। ਅਸੀਂ ਇਹ ਕਦੇ ਸਮਝਿਆ ਹੀ ਨਹੀਂ ਵੀ ਅਸੀਂ ਆਪ ਕਿੰਨੇ ਗਲਤ ਆ। ਇਹ ਗੱਲ ਜਿੰਨਾ ਚਿਰ ਅਸੀਂ ਕਬੂਲ ਨਹੀਂ ਕਰਦੇ ਵੀ ਸਾਡੇ ਵਰਗੀਆਂ ਗਲਤੀਆਂ ਵੀ ਕਦੇ ਕਿਸੇ ਨੇ ਨਹੀਂ ਕੀਤੀਆਂ ਤੇ ਮੁੜ ਕੇ ਮੈਂ ਇਹ ਗਲਤੀਆਂ ਨਹੀਂ ਕਰੂੰਗਾ, ਉਨੀ ਦੇਰ ਤੱਕ ਮਸਲੇ ਦਾ ਕਦੇ ਹੱਲ ਨਹੀਂ ਹੋਣਾ। ਜਿਹੜੇ ਮਰਜ਼ੀ ਨੇਤਾ ਨੂੰ, ਜਿਹੜੀ ਮਰਜ਼ੀ ਪਾਰਟੀ ਨੂੰ ਵੋਟਾਂ ਆਪਾਂ ਪਾਈ ਚੱਲੀਏ। ਪਰ ਮੇਰੇ ਜ਼ਿਹਨ ਦੇ ਵਿੱਚ ਇਹ ਗੱਲਾਂ ਤਾਂ ਕਰਕੇ ਆ ਰਹੀਆਂ ਵੀ ਸਿੱਖਿਆ ਮੰਤਰੀ ਵੀ ਅਸੀਂ ਉਹ ਬਣਾ ਲੈਂਦੇ ਹਾਂ ਕਈ ਵਾਰ, ਵੱਖ-ਵੱਖ ਸੂਬਿਆਂ ਦੇ ਵਿੱਚੋਂ ਖਬਰਾਂ ਆਉਂਦੀਆਂ ਜਿਨ੍ਹਾਂ ਨੇ 10ਵੀਂ ਪਾਸ ਨਹੀਂ ਕੀਤੀ ਹੁੰਦੀ। ਹੁਣ ਜਿਹੜੇ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਆ ਓਮ ਪ੍ਰਕਾਸ਼ ਚੌਟਾਲਾ, ਇਹ ਸਿੱਖਿਆ ਮੰਤਰੀ ਵੀ ਰਹੇ ਆ ਤੇ ਇਹ ਮੁੱਖ ਮੰਤਰੀ ਵੀ ਸੀ। ਤੇ ਇਹਨਾਂ ਨੇ ਸਿੱਖਿਆ ਦੇ ਮਾਮਲੇ ਦੇ ਵਿੱਚ ਕਿਹੋ ਜਿਹੇ ਪਾਰ ਉਤਾਰੇ ਕੀਤੇ ਹੋਣਗੇ। ਆਪ 10ਵੀਂ ਇਹਨਾਂ ਨੇ ਜੇਲ੍ਹ ਦੇ ਵਿੱਚ ਬੈਠਿਆ ਕੀਤੀ ਆ, 12ਵੀਂ ਦੇ ਪੇਪਰ ਇਹਨਾਂ ਨੇ ਹੁਣ ਜੇਲ੍ਹ ਦੇ ਵਿੱਚ ਬੈਠੇ ਦਿੱਤੇ ਆ। 10 ਸਾਲ ਦੀ ਇਹਨਾਂ ਨੂੰ ਸਜ਼ਾ ਹੋਈ ਸੀ, ਆਪਾਂ ਜਾਣਦੇ ਹਾਂ। JBT ਮਾਮਲੇ ਦੇ ਵਿੱਚ, JBT ਭਰਤੀ ਮਾਮਲੇ ਦੇ ਵਿੱਚ ਕਥਿਤ ਤੌਰ ਦੇ ਉੱਤੇ ਘਪਲੇਬਾਜ਼ੀ ਦਾ ਦੋਸ਼ ਸੀਗਾ। ਪਿਛਲੇ ਦਿਨੀ ਇਹਨਾਂ ਨੂੰ ਰਿਹਾਈ ਮਿਲੀ ਆ, ਸਜ਼ਾ ਇਹਨਾਂ ਦੀ ਮੁਕੰਮਲ ਹੋ ਗਈ ਆ, ਤਿਹਾੜ ਜੇਲ੍ਹ ਦੇ ਵਿੱਚੋਂ ਛੁੱਟ ਗਏ ਆ। ਉਹਨਾਂ ਨੇ 12ਵੀਂ ਦੇ ਪੇਪਰਾਂ ਦਾ ਨਤੀਜਾ ਲਿਆਉਣ ਦੇ ਲਈ 10ਵੀਂ ਕਲਾਸ ਦਾ ਅੰਗਰੇਜ਼ੀ ਦਾ ਪੇਪਰ ਕੱਢ ਦਿੱਤਾ। ਹਾਲਾਂਕਿ ਅਸੀਂ ਇਹ ਚਾਹੁੰਦੇ ਹਾਂ ਜੀ ਕਿ ਪੜ੍ਹਨਾ ਸਭ ਨੂੰ ਚਾਹੀਦਾ। ਉਮਰ ਦਾ ਭਾਵੇਂ 82ਵਾਂ 83ਵਾਂ ਵਰ੍ਹਾ ਚੱਲਦਾ, ਸ਼ਾਇਦ 85ਵਾਂ ਵਰ੍ਹਾ ਉਹਨਾਂ ਦਾ, ਪਰ ਅਸੀਂ ਇਹ ਚਾਹੁੰਦੇ ਜੀ ਕਿ ਬੰਦਾ ਪੜ੍ਹਦਾ ਲਿਖਦਾ ਰਹੇ। ਬੰਦੇ ਦੀ ਸੋਚ ਨਰੋਈ ਹੋਣੀ ਚਾਹੀਦੀ ਹੈ। ਕੋਈ ਪੜ੍ਹਨ ਲਿਖਣ ਦੀ ਉਮਰ ਨਹੀਂ ਹੁੰਦੀ। ਭਾਵੇਂ ਕੋਈ 90 ਸਾਲ ਦੀ ਉਮਰ ਦੇ ਵਿੱਚ 10ਵੀਂ ਕਰੇ ਤੇ ਭਾਵੇਂ ਕੋਈ 70 ਸਾਲ ਦੀ ਉਮਰ 'ਚ ਕਰੇ, ਇਹ ਉਹਦੀ ਮਰਜ਼ੀ ਹੈ। ਪਰ ਮੈਂ ਇਹ ਗੱਲ ਜ਼ਰੂਰ ਸੋਚਦਾ ਕਿ ਸਿੱਖਿਆ ਮੰਤਰੀ ਰਹੇ ਹਾਂ ਤੇ 10ਵੀਂ ਦਾ ਪੇਪਰ ਸਾਡੇ ਕੋਲੋਂ ਕਲੀਅਰ ਨਹੀਂ ਹੁੰਦਾਗਾ। ਮਤਲਬ 10ਵੀਂ ਅਸੀਂ ਕੀਤੀ ਨਹੀਂ ਸੀ, ਅਸੀਂ 8 ਪਾਸ ਹੀ ਹੋ ਗਏ ਸ਼ਾਇਦ, ਜਾਂ 9 ਪਾਸ ਕਰਕੇ ਤੁਸੀਂ ਛੱਡਤੀ ਹੋਵੇ ਪੜ੍ਹਾਈ। ਪਰ ਹੁਣ ਜਦੋਂ ਸਾਰੀ ਗੱਲ ਖਤਮ ਹੋ ਗਈ, ਜਦੋਂ ਪਾਰਟੀ ਵੀ ਖਤਰੇ ਦੇ ਵਿੱਚ ਹੈ, ਜਦੋਂ ਪੁੱਤ ਦੇ ਵੱਲੋਂ ਅਭੈ ਚੌਟਾਲਾ ਦੇ ਵੱਲੋਂ ਵੀ ਅਸਤੀਫਾ ਦੇ ਦਿੱਤਾ ਗਿਆ, ਤਾਂ ਹੁਣ ਓਮ ਪ੍ਰਕਾਸ਼ ਚੌਟਾਲਾ ਜਿਹੜੇ ਉਹ 12ਵੀਂ ਦਾ ਨਤੀਜਾ ਵਾਪਸ ਆ ਜਾਵੇ, 12ਵੀਂ ਦਾ ਨਤੀਜਾ ਡਿਕਲੇਅਰ ਹੋ ਜਾਵੇ। ਇਹਦੇ ਕਰਕੇ 10ਵੀਂ ਕਲਾਸ ਦਾ ਪੇਪਰ ਉਹਨਾਂ ਨੇ ਦਿੱਤਾ, ਕਿਉਂਕਿ ਲਾਜ਼ਮੀ ਸੀ ਕਿ ਜੇਕਰ 10ਵੀਂ ਦੇ ਸਾਰੇ ਵਿਸ਼ਿਆਂ ਦੇ ਵਿੱਚੋਂ ਪਾਸ ਹੋਣਗੇ, 12ਵੀਂ ਦਾ ਨਤੀਜਾ ਫੇਰ ਆਊਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸਾਬਕਾ ਮੁੱਖ ਮੰਤਰੀ ਤੇ ਇਨੈਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਵੱਲੋਂ ਲੰਘੇ ਕੱਲ੍ਹ 10ਵੀਂ ਕਲਾਸ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਦਿੱਤਾ ਗਿਆ। ਹਰਿਆਣਾ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਰੀਅਪੀਅਰ ਤੇ ਓਪਨ ਬੋਰਡ ਦੀਆਂ ਪ੍ਰੀਖਿਆਵਾਂ ਆਰੀਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਿਰਸਾ ਦੇ ਪ੍ਰੀਖਿਆ ਕੇਂਦਰ ਦੇ ਵਿੱਚ ਹੋ ਰਹੀਆਂ ਸਨ। ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ 10ਵੀਂ ਜਮਾਤ ਦੇ ਵਿੱਚ ਅੰਗਰੇਜ਼ੀ ਵਿਸ਼ੇ ਦਾ ਪੇਪਰ ਪਾਸ ਨਹੀਂ ਸੀ ਕੀਤਾ। ਇਸ ਕਰਕੇ ਉਹਨਾਂ ਦਾ 12ਵੀਂ ਕਲਾਸ ਦਾ ਨਤੀਜਾ ਰੋਕ ਦਿੱਤਾ ਗਿਆ ਸੀ। ਪ੍ਰੀਖਿਆ ਦੇਣ ਗਏ ਚੌਟਾਲਾ ਨੇ ਮੀਡੀਆ ਦੇ ਸਵਾਲਾਂ ਤੋਂ ਇਹ ਕਹਿ ਕੇ ਟਾਲਾ ਵੱਟ ਲਿਆ ਕਿ ਵਿਦਿਆਰਥੀ ਮੀਡੀਆ ਨਾਲ ਗੱਲਬਾਤ ਨਹੀਂ ਕਰਦੇ। ਖਾਸ ਗੱਲ ਇਹ ਹੈ ਕਿ ਲਗਭਗ 86 ਸਾਲਾ ਓਮ ਪ੍ਰਕਾਸ਼ ਚੌਟਾਲਾ ਲਿਖਣ ਤੋਂ ਅਸਮਰੱਥ ਨੇ। ਇਸ ਕਰਕੇ ਬੋਰਡ ਵੱਲੋਂ ਉਹਨਾਂ ਨੂੰ ਪੇਪਰ ਲਿਖਣ ਦੇ ਲਈ ਇੱਕ ਲੇਖਕ ਮੁਹੱਈਆ ਕਰਵਾਇਆ ਗਿਆ ਸੀ। ਹਾਲ ਹੀ ਦੇ ਵਿੱਚ JBT ਅਧਿਆਪਕ ਭਰਤੀ ਘੁਟਾਲੇ ਵਿੱਚ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਤਿਹਾੜ ਜੇਲ੍ਹ ਦੇ ਵਿੱਚੋਂ ਬਾਹਰ ਆਏ ਤੇ ਸਾਬਕਾ ਮੁੱਖ ਮੰਤਰੀ ਤੇ ਇਨੈਲੋ ਮੁਖੀ ਓਮ ਪ੍ਰਕਾਸ਼ ਚੌਟਾਲਾ ਪਹਿਲਾਂ ਹੀ ਰਾਜਨੀਤਿਕ ਪ੍ਰੀਖਿਆ ਦੇ ਵਿੱਚ ਰੁੱਝੇ ਹੋਏ ਨੇ। ਉਹਨਾਂ ਦੀ ਪਾਰਟੀ ਜੋ ਕਦੇ ਸੂਬੇ ਦੀ ਰਾਜਨੀਤੀ ਦੇ ਸਿਖਰ ਦੇ ਉੱਤੇ ਸੀ, ਇਸ ਵੇਲੇ ਬੇਹੱਦ ਕਮਜ਼ੋਰ ਸਥਿਤੀ ਵਿੱਚ ਹੈ। ਉਹਨਾਂ ਦੇ ਪੁੱਤਰ ਅਭੈ ਚੌਟਾਲਾ ਦੇ ਅਸਤੀਫੇ ਤੋਂ ਬਾਅਦ ਇਨੈਲੋ ਦਾ ਕੋਈ ਵੀ ਵਿਧਾਇਕ ਨਹੀਂ ਹੈ। ਅਜਿਹੀ ਸਥਿਤੀ ਵਿੱਚ ਓਮ ਪ੍ਰਕਾਸ਼ ਚੌਟਾਲਾ ਇੱਕ ਵਾਰ ਫਿਰ ਪਾਰਟੀ ਨੂੰ ਮਜ਼ਬੂਤ ਕਰਨ ਦਾ ਵੀ ਇਮਤਿਹਾਨ ਦੇ ਰਹੇ ਨੇ ਤੇ 10ਵੀਂ ਦਾ ਅੰਗਰੇਜ਼ੀ ਦਾ ਵੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਇਹ ਕਹਿਣੀ ਬਣਦੀ ਹੈ, ਪੰਜਾਬ ਦੀਆਂ, ਹਰਿਆਣੇ ਦੀਆਂ, ਹੋਰ ਵੱਖ-ਵੱਖ ਸੂਬਿਆਂ ਦੀਆਂ ਬਹੁਤ ਸਾਰੀਆਂ ਔਰਤਾਂ ਨੇ, ਬੜੀ ਵੱਡੀ ਗਿਣਤੀ ਦੇ ਵਿੱਚ ਸਮੇਂ-ਸਮੇਂ 'ਤੇ ਮਰਦਾਂ ਨੇ ਵੱਖ-ਵੱਖ ਕਲਾਸਾਂ ਦੇ ਪੇਪਰ ਦਿੱਤੇ ਆ ਤੇ ਉਹ ਪਾਸ ਵੀ ਹੋਏ ਆ। ਮੈਨੂੰ ਪੰਜਾਬ ਦੇ ਵਿੱਚੋਂ ਇੱਕ ਬੜੀ ਵਧੀਆ ਖਬਰ ਲੱਗੀ ਸੀ। 2 ਸਾਲ ਪਹਿਲਾਂ ਦਾਦੀ ਤੇ ਪੋਤੀ ਨੇ ਇਕੱਠਿਆਂ 10ਵੀਂ ਦੇ ਪੇਪਰ ਦਿੱਤੇ ਤੇ ਦੋਵੇਂ ਜਣੀਆਂ ਪਾਸ ਹੋ ਗਈਆਂ
ਤੇ ਮੈਂ ਸੋਚਿਆ ਵੀ ਦੇਖੋ ਕਿੰਨਾ ਗੂੜਾ ਰਿਸ਼ਤਾ, ਕਿੰਨਾ ਪਿਆਰਾ ਰਿਸ਼ਤਾ ਹੋਊਗਾ ਵੀ ਪੇਪਰ ਵੀ ਇਕੱਠੀਆਂ ਦੇਣ ਗਈਆਂ, ਪਾਸ ਵੀ ਹੋਈਆਂ, ਖੁਸ਼ੀਆਂ ਵੀ ਇਉਂ ਮਨਾਈਆਂ ਜਿਵੇਂ ਪੱਕੀਆਂ ਸਹੇਲੀਆਂ ਹੁੰਦੀਆਂ। ਤੇ ਹੈ ਵੀ ਇਹੋ ਜਿਹਾ ਰਿਸ਼ਤਾ ਹੁੰਦਾ ਵੀ ਜਿੱਥੇ ਸਾਰੇ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ। ਦਾਦੀ ਪੋਤੀ ਦਾ ਰਿਸ਼ਤਾ ਕਿਵੇਂ ਕਿਸੇ ਨੂੰ ਆਪਾਂ ਜਾਣਦੇ ਵੀ ਚੇਤੇ ਦੇ ਵਿੱਚੋਂ ਨਿਕਲ ਸਕਦਾ। ਪਰ ਓਮ ਪ੍ਰਕਾਸ਼ ਚੌਟਾਲਾ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਰਹੇ ਆ, ਸਿੱਖਿਆ ਮੰਤਰੀ ਰਹੇ ਆ, ਤੇ ਸਾਡੇ ਭਾਰਤ ਦੇ ਵਿੱਚ ਅਨਪੜ੍ਹਾਂ ਨੂੰ ਮੰਤਰੀ ਬਣਾਉਣਾ ਇਹ ਕੋਈ ਨਵੀਂ ਗੱਲ ਨਹੀਂ ਆ। ਭਾਰਤ ਦੇ ਵਿੱਚ ਰਵਾਇਤ ਇਹੋ ਜਿਹੀ ਹੈ, ਬਹੁਤੀ ਵਾਰ ਅਸੀਂ ਦੇਖਦੇ ਹਾਂ ਬੰਦੇ ਨੂੰ ਜਿੰਨੇ ਮਰਜ਼ੀ ਕਿਸਮ ਦੀਆਂ ਸਰੀਰਕ ਸਮੱਸਿਆਵਾਂ ਹੋਣ ਉਹ ਸਿਹਤ ਮੰਤਰੀ ਬਣ ਜਾਂਦਾ। ਜਿਹਨੇ ਕਦੇ ਹਲ ਦਾ ਮੁੰਨਾ ਨਹੀਂ ਫੜਿਆ ਹੁੰਦਾ ਉਹ ਸਾਡੇ ਦੇਸ਼ ਦੇ ਵਿੱਚ ਖੇਤੀਬਾੜੀ ਮੰਤਰੀ ਬਣ ਜਾਂਦਾ। ਜਿਹਨੂੰ ਇਹ ਨਹੀਂ ਪਤਾ ਹੁੰਦਾ ਵੀ ਸਕੂਲ ਦੇ ਮਗਰਲੇ ਪਾਸੇ ਦੀ ਮੈਂ ਕਿਉਂ ਨਹੀਂ ਲੰਘਿਆ, ਤੇ ਉਹ ਬੰਦਾ ਕਈ ਵਾਰ ਸਿੱਖਿਆ ਮੰਤਰੀ ਬਣ ਜਾਂਦਾ। ਸੋ ਸੋਚਣਾ ਵਿਚਾਰਨਾ ਇਹ ਬਣਦਾ ਕਿ ਅਸੀਂ ਦੇਸ਼ ਨੂੰ ਕਿਹੜੇ ਲੋਕਾਂ ਦੇ ਹੱਥਾਂ ਦੇ ਵਿੱਚ ਫੜਾ ਰਹੇ ਹਾਂ। ਗਲਤ ਅਸੀਂ ਹਾਂ, ਅਸੀਂ ਵੋਟਰ ਗਲਤ ਹਾਂ। ਉਦੋਂ ਅਸੀਂ ਕਹਿੰਦੇ ਨੇ ਭੋਲੇ ਹਾਂ, ਸਾਨੂੰ ਜੀ ਗੁੰਮਰਾਹ ਕਰ ਲਿਆ ਗਿਆ। ਕੋਈ ਗੁੰਮਰਾਹ ਨਹੀਂ ਕੀਤਾ ਗਿਆ ਹੁੰਦਾ, ਕੋਈ ਭੋਲੇ ਨਹੀਂ ਗਏ ਅਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸ਼ੈਤਾਨੀ ਵਰਤਦੇ ਹਾਂ। ਆਪਦਾ ਸਵੈ ਚਿੰਤਨ ਕਰਕੇ ਦੇਖੋ ਕੀ ਅਸੀਂ ਭੋਲੇ ਹਾਂ। ਸੋ ਇਸ ਕਰਕੇ ਵੋਟਾਂ ਦੇ ਮੌਕੇ ਸਾਡੀ ਜਿਹੜੀ ਮਾਨਸਿਕਤਾ ਉਹ ਵਿਕਾਊ ਹੋ ਜਾਂਦੀ ਹੈ, ਜਿਹਦੇ ਕਰਕੇ ਇਹੋ ਜਿਹੇ ਨਤੀਜੇ ਆਉਂਦੇ ਆ ਵੀ ਅਨਪੜ੍ਹਾਂ ਦੇ ਹੱਥ, ਜਿਹੜੇ ਲੋਕਾਂ ਦੀ ਦੂਰਦ੍ਰਿਸ਼ਟੀ ਕੋਈ ਨਹੀਂ ਗੀ, ਜਿਹੜੇ ਆਪ ਅੰਗੂਠਾ ਛਾਪ ਆ, ਉਹਨਾਂ ਨੂੰ ਅਸੀਂ ਮੰਤਰੀ ਬਣਾ ਬੈਠਦੇ ਹਾਂ, ਆਪਣੇ ਨੁਮਾਇੰਦੇ ਬਣਾ ਬੈਠਦੇ ਹਾਂ। ਸੋ ਓਮ ਪ੍ਰਕਾਸ਼ ਚੌਟਾਲਾ ਦਾ ਨਤੀਜਾ 10ਵੀਂ ਕਲਾਸ ਦਾ ਕਿਹੋ ਜਿਹਾ ਆਊਗਾ ਇਹ ਵੀ ਵਕਤ ਦੱਸੂਗਾ ਅੰਗਰੇਜ਼ੀ ਦਾ, ਤੇ 12ਵੀਂ ਕਲਾਸ ਦੇ ਵਿੱਚੋਂ ਕਿੰਨੇ ਕੁ ਨੰਬਰ ਲੈ ਕੇ ਪਾਸ ਹੁੰਦੇ ਇਹ ਵੀ ਵਕਤ ਨੇ ਦੱਸ ਦੇਣਾ। ਪਰ ਹੈਰਾਨੀ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਹੁੰਦੀ ਹੈ ਵੀ ਸਾਡੇ ਦੇਸ਼ ਦੇ ਵਿੱਚ ਚੱਲੀ ਕੀ ਜਾਂਦਾ। ਪੜ੍ਹਨਾ ਕੋਈ ਮਾੜੀ ਗੱਲ ਨਹੀਂ, ਭਾਵੇਂ 90 ਸਾਲ ਦੀ ਉਮਰ ਤੱਕ, 95 ਸਾਲ ਦੀ ਉਮਰ ਤੱਕ ਪੜ੍ਹੀ ਹੀ ਜਾਣ। ਚੌਟਾਲਾ ਹੋਰੀ ਕੋਈ ਇਤਰਾਜ਼ ਥੋੜ੍ਹੀ ਕਿਸੇ ਨੂੰ, ਉਹ PhD ਕਰਨ, ਅਸੀਂ ਤਾਂ ਇਹ ਵੀ ਚਾਹੁੰਦੇ ਹਾਂ। ਪਰ ਉਹਨਾਂ ਨੇ ਸੂਬੇ ਦੀ ਵਾਗਡੋਰ ਸੰਭਾਲੀ ਰੱਖੀ ਹੈ। ਉਦੋਂ ਉਹ ਅਨਪੜ੍ਹਾਂ ਵਰਗੇ ਸੀ। ਸਵਾਲ ਇਹ ਪੈਦਾ ਹੁੰਦਾ। ਤਾਲਿਬਾਨ ਦੇ ਬਾਰੇ ਬਹੁਤ ਸਾਰੀਆਂ ਖਬਰਾਂ ਆ ਰਹੀਆਂ। ਅਫਗਾਨਿਸਤਾਨ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਕੀ ਹੈ? ਹੁਣ ਪਤਾ ਲੱਗਦਾ ਵੀ ਨਸ਼ੇ ਦੀ ਤਸਕਰੀ ਹੈ ਜਿਹੜੀ, ਜਾਂ ਨਸ਼ੇ ਦਾ ਕਾਰੋਬਾਰ ਹੈ ਜਿਹੜਾ, ਉਹ ਬਹੁਤ ਵੱਡਾ ਰੋਲ ਅਦਾ ਕਰਦਾ ਉੱਥੋਂ ਦੀ ਆਮਦਨ ਦੇ ਵਿੱਚ। ਉੱਥੇ ਅਫੀਮ ਦੀ ਖੇਤੀ ਸਭ ਤੋਂ ਵੱਧ ਹੁੰਦੀ ਹੈ, 80% ਦੀ। ਉਹਦੇ ਕਰਕੇ ਬਹੁਤ ਵੱਡੀ ਕਮਾਈ ਹੁੰਦੀ ਹੈ, ਬਹੁਤ ਮੋਟਾ ਧਨ ਆਉਂਦਾ ਉੱਥੇ। ਸੋ ਇਸ ਤੋਂ ਇਲਾਵਾ ਹੋਰ ਵੀ ਗੈਰ ਕਾਨੂੰਨੀ ਕਈ ਤਰ੍ਹਾਂ ਦੇ ਕੰਮ ਆ। ਕਿਸੇ ਨੂੰ ਅਗਵਾ ਕਰ ਲੈਣਾ, ਹੋਰ ਥਾਵਾਂ ਦੇ ਉੱਤੇ ਕਬਜ਼ੇ ਕਰ ਲੈਣੇ, ਹੋਰ ਬੜੀਆਂ ਇਹੋ ਜਿਹੀਆਂ ਗੱਲਾਂ, ਜਾਂ ਵੱਖ-ਵੱਖ ਹੋਰ ਜਿਹੜੇ ਆ ਅੱਤਵਾਦ ਫੈਲਾਉਣ ਵਾਲੇ ਦੇਸ਼ਾਂ ਨਾਲ ਸੰਬੰਧ ਰੱਖਣੇ, ਜਿੱਥੋਂ ਕਿ ਗੱਫੇ ਖੁੱਲ੍ਹੇ ਆਉਂਦੇ ਆ। ਉਹਦੇ ਕਰਕੇ ਤਾਲਿਬਾਨ ਦੇ ਸਿਰ ਦੇ ਉੱਤੇ ਨਸ਼ਾ ਚੜ੍ਹ ਕੇ ਬੋਲਦਾ, ਹਥਿਆਰਾਂ ਦਾ ਵੀ, ਜ਼ੋਰ ਦਾ ਵੀ, ਤੇ ਜ਼ਬਰਦਸਤੀ ਦਾ ਵੀ। ਮੈਨੂੰ ਨਿੱਜੀ ਤੌਰ 'ਤੇ ਬੜਾ ਦੁੱਖ ਹੋਇਆ ਵੀ ਜਿਸ ਤਰੀਕੇ ਦੇ ਨਾਲ ਹੁਣ ਵੀ ਉੱਥੇ ਗੋਲੀਆਂ ਚੱਲ ਰਹੀਆਂ, ਜਿਵੇਂ ਉੱਥੇ ਔਰਤਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਜੀ ਕਿ ਤੁਸੀਂ ਸਰਕਾਰ ਦੇ ਵਿੱਚ ਵੀ ਆਓ, ਪਰ ਦੂਜੇ ਪਾਸੇ ਔਰਤਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਸਾਡੀ ਸ਼ਰਤ ਦੇ ਮੁਤਾਬਕ ਸਾਰਾ ਕੁਝ ਕਰਨਾ ਪਊਗਾ। ਉੱਥੋਂ ਦੀਆਂ ਬਹੁਤ ਸਾਰੀਆਂ ਔਰਤਾਂ ਇਹ ਗੱਲ ਕਹਿਣਗੀਆਂ ਵੀ ਅਸੀਂ ਪਿਛਲੇ 20 ਸਾਲਾਂ ਦੇ ਵਿੱਚ ਮਨਚਾਹੀ ਤਰੱਕੀ ਵੀ ਕੀਤੀ ਹੈ, ਕੱਪੜੇ ਵੀ ਮਰਜ਼ੀ ਮੁਤਾਬਕ ਪਹਿਨੇ ਆ, ਪੜ੍ਹਾਈ ਲਿਖਾਈ ਵੀ ਆਪਣੀ ਮਰਜ਼ੀ ਮੁਤਾਬਕ ਕੀਤੀ ਆ, ਅਹੁਦਿਆਂ ਦੇ ਉੱਤੇ ਵੀ ਆਪਦੀ ਕਾਬਲੀਅਤ ਮੁਤਾਬਕ ਗਈਆਂ। ਪਰ ਹੁਣ ਇਹ ਸਾਰਾ ਕੁਝ ਦੂਰ ਦੀ ਕੌਡੀ ਉਹਨਾਂ ਔਰਤਾਂ ਨੂੰ ਪ੍ਰਤੀਤ ਹੋ ਰਿਹਾ ਜਿਨ੍ਹਾਂ ਦੇ ਸੁਪਨੇ ਬਹੁਤ ਉੱਚੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਫਿਰ ਕਰਾਂਗੇ ਟਿੱਪਣੀ। ਯੂਨਾਈਟਿਡ ਨੇਸ਼ਨਜ਼ ਆਫਿਸ ਆਫ ਡਰੱਗ ਐਂਡ ਕ੍ਰਾਈਮ ਦੇ ਮੁਤਾਬਕ ਅਫਗਾਨਿਸਤਾਨ ਦੇ ਵਿੱਚ ਅਫੀਮ ਦਾ ਉਤਪਾਦਨ ਪਿਛਲੇ 4 ਸਾਲ ਦੇ ਵਿੱਚ ਆਪਣੇ ਉੱਚ ਪੱਧਰ ਦੇ ਉੱਤੇ ਪਹੁੰਚ ਗਿਆ। ਮਈ 2021 ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਪਿਛਲੇ ਸਾਲ ਕਰੋਨਾ ਮਹਾਮਾਰੀ ਦੇ ਬਾਵਜੂਦ ਇੱਥੇ ਅਫੀਮ ਦੇ ਉਤਪਾਦਨ ਦੇ ਵਿੱਚ 37% ਦਾ ਵਾਧਾ ਹੋਇਆ। ਇੱਥੇ ਵੀ ਦੱਸਣਾ ਬਣਦਾ ਹੈ ਕਿ 2017 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਫੀਮ ਦਾ ਉਤਪਾਦਨ 9900 ਟਨ ਸੀ। ਕਿਸਾਨਾਂ ਨੇ ਇਸ ਦੀ ਵਿਕਰੀ ਤੋਂ ਲਗਭਗ 10,000 ਕਰੋੜ ਰੁਪਏ ਕਮਾਏ। ਇਹ ਦੇਸ਼ ਦੀ GDP ਦਾ 7% ਹਿੱਸਾ ਸੀ। ਰਿਪੋਰਟ ਦੇ ਮੁਤਾਬਕ ਗੈਰ ਕਾਨੂੰਨੀ ਅਫੀਮ ਦੀ ਅਰਥ ਵਿਵਸਥਾ ਲਗਭਗ 49,000 ਕਰੋੜ ਰੁਪਏ ਸੀ। ਇਹਦੇ ਵਿੱਚ ਸਥਾਨਕ ਖਪਤ, ਦਵਾਈਆਂ ਲਈ ਨਿਰਯਾਤ ਤੇ ਹੋਰ ਕਈ ਕੁਝ ਸ਼ਾਮਲ ਸੀ। ਤਾਲਿਬਾਨ ਟੈਕਸ ਵਸੂਲੀ ਤੋਂ ਵੀ ਆਪਣੀ ਆਮਦਨ ਕਮਾਉਂਦਾ ਹੈ। ਤਾਲਿਬਾਨ ਅਫੀਮ ਵਪਾਰੀਆਂ ਤੋਂ ਟੈਕਸ ਵਸੂਲਦਾ ਹੈ। ਇਸ ਤੋਂ ਇਲਾਵਾ ਵੀ ਉਹ ਹੋਰ ਬਹੁਤ ਸਾਰੇ ਕੰਮਾਂ ਕਾਜਾਂ ਤੋਂ ਪੈਸੇ ਕਮਾਉਂਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੇ ਮੁਤਾਬਕ ਤਾਲਿਬਾਨ ਨੇ 2018-19 ਦੇ ਵਿੱਚ ਨਸ਼ਿਆਂ ਦੇ ਵਪਾਰ ਤੋਂ ਲਗਭਗ 3,000 ਕਰੋੜ ਰੁਪਈਆ ਕਮਾਇਆ। ਅਮਰੀਕੀ ਅਧਿਕਾਰੀਆਂ ਦੇ ਮੁਤਾਬਕ ਤਾਲਿਬਾਨ ਦੀ ਆਮਦਨੀ ਦਾ 60% ਹਿੱਸਾ ਨਜਾਇਜ਼ ਨਸ਼ਿਆਂ ਤੋਂ ਆਉਂਦਾ ਹੈ। ਬੇਸ਼ੱਕ ਕਾਬਲ ਦੇ ਉੱਤੇ ਵੀ ਤਾਲਿਬਾਨ ਦਾ ਕਬਜ਼ਾ ਹੋ ਗਿਆ। ਤਾਲਿਬਾਨੀ ਹੁਣ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਨੇ, ਪਰ ਅਫਗਾਨਿਸਤਾਨ ਦੇ ਵਿੱਚ ਅਜੇ ਵੀ ਲੋਕਤੰਤਰ ਦੀ ਇੱਕ ਮੱਧਮ ਜੀ ਉਮੀਦ ਬਾਕੀ ਬਚੀ ਹੋਈ ਹੈ। ਉੱਥੇ ਕੁਝ ਕੁ ਵੱਡੇ ਲੀਡਰ ਹਾਲੇ ਵੀ ਨੇ ਜਿਹੜੇ ਦੇਸ਼ ਛੱਡ ਕੇ ਭੱਜੇ ਨਹੀਂ, ਸਗੋਂ ਤਾਲਿਬਾਨ ਦੇ ਨਾਲ ਆਮਣੇ ਸਾਹਮਣੇ ਦੀ ਲੜਾਈ ਦੀ ਗੱਲ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਅਫਗਾਨਿਸਤਾਨ ਦੇ ਵਿੱਚ ਇੱਕਦਮ ਤਾਲਿਬਾਨ ਦਾ ਕਬਜ਼ਾ ਹੋ ਜਾਣਾ, ਅਮਰੀਕੀ ਸੈਨਾ ਗਈ ਤੇ ਤਾਲਿਬਾਨ ਦਾ ਮੁੜ ਸਿਰ ਚੁੱਕ ਲੈਣਾ, ਇਹ ਬਹੁਤ ਸਾਰੇ ਨਵੇਂ ਸਵਾਲ ਖੜੇ ਕਰਨ ਵਾਲੀਆਂ ਗੱਲਾਂ ਵੀ ਇੰਨੇ ਵੱਡੇ ਵੱਡੇ ਮਾਰੂ ਹਥਿਆਰ ਤਾਲਿਬਾਨ ਦੇ ਕੋਲੇ ਆਏ ਕਿਵੇਂ। 3 ਲੱਖ ਅਫਗਾਨੀ ਸੈਨਿਕ ਆ ਜਿਹੜੇ ਫੌਜ ਦੇ 3 ਲੱਖ ਜਵਾਨ ਆ ਜਿਹੜੇ ਉਹ ਅਫਗਾਨਿਸਤਾਨ ਦੇ ਵਿੱਚ ਸੀ, ਜਿਨ੍ਹਾਂ ਨੇ ਕੁਝ ਘੰਟਿਆਂ ਦੇ ਵਿੱਚ ਜਾਂ ਕੁਝ ਦਿਨਾਂ ਦੇ ਵਿੱਚ ਸਰੈਂਡਰ ਕਰਤਾ। ਇਹਦੇ ਪਿੱਛੇ ਕਾਰਨ ਕੀ ਹੈ? 20 ਸਾਲਾਂ ਤੋਂ ਜੋ ਅਮਰੀਕੀ ਫੌਜਾਂ ਡਟੀਆਂ ਸੀ ਉਹ ਇੱਕਦਮ ਵਾਪਸ ਕਿਉਂ ਚਲੀਆਂ ਗਈਆਂ? ਇੱਕ ਇਹ ਵੀ ਸਵਾਲ ਹੈ।
ਹੁਣ ਤਾਲਿਬਾਨ ਨੇ ਇੰਨੀ ਆਸਾਨ ਤਰੀਕੇ ਨਾਲ ਕਬਜ਼ਾ ਕਰ ਲਿਆ ਅਫਗਾਨਿਸਤਾਨ ਦੇ ਉੱਤੇ, ਇਹ ਉਸ ਤੋਂ ਵੱਡੀ ਹੈਰਾਨੀ ਵਾਲੀ ਗੱਲ ਹੈ। ਤੇ ਹੁਣ ਉਹ ਮਨਚਾਹੇ ਤਰੀਕੇ ਦੇ ਨਾਲ ਰਾਜ ਕਰਨਗੇ, ਚੰਬਦੀਆਂ ਚਲਾਉਣਗੇ, ਜਾਂ ਉੱਥੇ ਕੋਈ ਨਾ ਕੋਈ ਮਾੜੀ ਮੋਟੀ ਲੋਕਤੰਤਰਕ ਗੱਲ ਭਵਿੱਖ ਦੇ ਵਿੱਚ ਆਊਗੀ? ਇਹ ਸਭ ਤੋਂ ਵੱਡਾ ਸਵਾਲ ਹੈ। ਹੁਣ ਲੰਘੇ ਕੱਲ੍ਹ ਅਫਗਾਨਿਸਤਾਨ ਦੇ ਵਿੱਚੋਂ ਤਾਲਿਬਾਨੀ ਸ਼ਾਸਕਾਂ ਨੇ ਗੱਲ ਕਹੀ ਹੈ, ਕਹਿੰਦੇ ਜੀ ਅਸੀਂ ਭਾਰਤ ਦੇ ਨਾਲ ਮਧੁਰ ਸੰਬੰਧ ਚਾਹੁੰਦੇ ਹਾਂ, ਪਰ ਭਾਰਤ ਦੇ ਨਾਲ ਸੰਬੰਧ ਕਿੰਨੇ ਕੁ ਮਿੱਠੇ ਰਹਿਣਗੇ ਇਹ ਵੀ ਪਤਾ ਲੱਗੂਗਾ। ਵਪਾਰੀ ਜਿਹੜੇ ਭਾਰਤ ਦੇ ਆ ਉਹ ਇਸ ਗੱਲੋਂ ਚਿੰਤਾ ਦੇ ਵਿੱਚ ਆ ਕਿ ਸਾਡਾ ਕਾਰੋਬਾਰ ਨਾ ਡੁੱਬ ਜੇ, ਜਿਹੜੇ ਕਿ ਅਫਗਾਨਿਸਤਾਨ ਦੇ ਨਾਲ ਸੰਬੰਧਿਤ ਕਾਰੋਬਾਰ ਨਾਲ ਜੁੜੇ ਹੋਏ ਆ। ਸੋ ਬਹੁਤ ਕੁਝ ਪ੍ਰਭਾਵਿਤ ਹੋਊਗਾ, ਬੜਾ ਕੁਝ ਹਾਲੇ ਹੋਰ ਹੋਣਾ ਬਾਕੀ ਹੈ। ਵਕਤ ਦੱਸੂਗਾ ਇਹ ਸਾਰੇ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੀ ਮੋੜ ਆਉਂਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।